ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਅੱਜ ਹੋਵੇ ਸਰਕਾਰ ਜੇ ਮੁੱਲ ਪਾਵੇ, ਉਹ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸਣੇ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਉੱਡਦੇ ਸਣੇ ਅੰਬਾਰੀਆਂ ਨੇ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਟੀਵੀ ਪੰਜਾਬ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਰਮੁਖ ਸਿੰਘ ਝਬਾਲ ਤੋਂ ਲੈ ਕੇ ਬਾਦਲ ਤੱਕ ਦਾ ਸ਼੍ਰੋਮਣੀ ਅਕਾਲੀ ਦਲ ਦਾ ਸਫ਼ਰ, ਤੇ ਨਾਲ ਹੀ ਤੁਹਾਨੂੰ ਪਰਤ ਦਰ ਪਰਤ ਦਿਖਾਵਾਂਗੇ 100 ਸਾਲਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਹਾਨ ਚੋਂ ਤੁਰਦਿਆਂ ਹੀ ਐਸੀ ਭਰਾ ਮਾਰੂ ਜੰਗ ਸ਼ੁਰੂ ਹੋਈ ਕਿ ਮਹਾਨ ਸਿੱਖ ਰਾਜ ਪਲਾਂ ਵਿੱਚ ਖੇਰੂ ਹੋ ਗਿਆ। ਜਦੋਂ ਪੂਰੇ ਹਿੰਦੁਸਤਾਨ ਤੇ ਅੰਗਰੇਜ਼ ਹਕੂਮਤ ਦਾ ਝੰਡਾ ਯੂਨੀਅਨ ਜੈਕ ਝੁਲਣਾ ਸ਼ੁਰੂ ਹੋਇਆ ਤਾਂ ਅੰਗਰੇਜ਼ਾਂ ਦਾ ਵਾਹ ਸਿੱਖਾਂ ਨਾਲ ਪਿਆ। ਇਹ ਇਹਨਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਹੁੰਦੀ ਹੈ ਕਿ ਜਦੋਂ ਜਿਹੜੇ ਸਾਡੇ ਗੁਰਧਾਮ ਸੀਗੇ ਉਹ ਡੇਰੇਦਾਰਾਂ ਦੇ ਔਰ ਮਹੰਤਾਂ ਦੇ ਕਾਬੂ 'ਚ ਆ ਗਏ, ਪਿੱਛੇ ਆ ਗਏ, ਸਰਕਾਰ ਦੀ ਸ਼ਹਿ 'ਤੇ ਆਏ ਜਾਂ ਕਿਵੇਂ ਆਏ ਉਹ ਹਿਸਟਰੀ ਹੈ। ਉਹਦੇ ਖਿਲਾਫ ਜਿਹੜੀ ਲੜਾਈ ਲੜੀ ਗਈ, ਜਿਹੜੇ ਸਾਡੇ ਬਜ਼ੁਰਗਾਂ ਨੇ ਉੱਥੇ ਕੁਰਬਾਨੀਆਂ ਦਿੱਤੀਆਂ ਔਰ ਉਹ ਆਜ਼ਾਦ ਹੋਏ, ਇਹ ਜਿਹੜੀ ਹੈ SGPC ਉਸ ਦੀ ਹੀ ਇੱਕ ਜਿਹਨੂੰ ਕਹਿੰਦੇ ਨੇ ਟੀਚਾ ਹੈ, ਉਹਦੀ ਅਚੀਵਮੈਂਟ ਹੈ। ਇਤਿਹਾਸ ਗਵਾਹ ਹੈ ਕਿ ਨਨਕਾਣੇ ਦਾ ਮੋਰਚਾ, ਪੰਜਾ ਸਾਹਿਬ ਦੀ ਸ਼ਹੀਦੀ, ਕੁੰਜੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ ਅਤੇ ਜੈਤੋ ਦੇ ਮੋਰਚੇ ਵਿੱਚ ਸਿੱਖਾਂ ਨੇ ਸਿਦਕ ਨਾ ਹਾਰਦੇ ਹੋਏ ਸ਼ਾਂਤ ਰਹਿ ਕੇ ਜੋ ਕੁਰਬਾਨੀਆਂ ਦਿੱਤੀਆਂ ਤਾਂ ਅੰਗਰੇਜ਼ ਲੋਕ ਇਸ ਬਹੁਤ ਹੀ ਘੱਟ ਗਿਣਤੀ ਵਾਲੀ ਕੌਮ ਕੋਲੋਂ ਅੰਦਰੋਂ ਭੈ ਖਾਣ ਲੱਗ ਪਏ। ਇਹਨਾਂ ਮੋਰਚਿਆਂ ਦੀ ਸਫਲਤਾ, ਕੋਈ ਵਾਇਲੈਂਸ ਨਹੀਂ ਹੋਈ ਇਹਨਾਂ 'ਚ। ਲੋਕ ਕੁੱਟ ਖਾਂਦੇ ਰਹੇ, ਫੱਟੜ ਹੁੰਦੇ ਰਹੇ, ਪਰ ਭੱਜੇ ਨਹੀਂ। ਉੱਥੇ ਹੀ ਲੇਟ ਗਏ, ਕੁੱਟ ਲਓ ਜਿੰਨਾ ਕੁ ਕੁੱਟਣਾ ਆ। ਤਾਂ ਦੇਖਣ ਵਾਲਿਆਂ 'ਤੇ ਵੀ ਇਹ ਪ੍ਰਭਾਵ ਪੈਂਦਾ ਵੀ ਦੇਖੋ ਜਿਹੜੇ ਬੰਦੇ ਜਿਹੜੇ ਨੇ ਉਹਨਾਂ ਨੂੰ ਐਵੇਂ ਹੀ ਕੁੱਟਿਆ ਜਾ ਰਿਹਾ, ਤੇ ਉਹਦੇ ਨਾਲ ਕੀ ਹੁੰਦਾ, ਹੋਰ ਪ੍ਰਚੰਡ ਮਿਲਦਾ। ਇਹੋ ਜਿਹੀ ਮਿਸਾਲ ਬਹੁਤ ਘੱਟ ਮਿਲਦੀ ਹੈ। ਕੁੱਟ ਖਾ ਕੇ ਵੀ ਸ਼ਾਂਤ ਰਹਿਣ ਦੀ ਮਿਸਾਲ ਪੈਦਾ ਕਰਕੇ ਬੇਹੋਸ਼ ਹੋ ਜਾਣ ਵਾਲੀ ਸਿੱਖ ਕੌਮ ਨੇ ਅੰਗਰੇਜ਼ਾਂ ਨੂੰ ਧੁਰ ਅੰਦਰ ਤੱਕ ਹਿੱਲਣ ਲਾ ਦਿੱਤਾ। ਪਰ ਦਿਲ ਕੇ ਫਫੋਲੇ ਜਾਗ उठे सीने के दाग से, इस घर को आग लगी इसी घर के चिराग से। ਸਿੱਖਾਂ ਦੀ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਗੁਰਦੁਆਰਿਆਂ ਨੂੰ ਜਿਉਂ ਹੀ ਅੰਗਰੇਜ਼ਾਂ ਨੇ ਆਪਣੇ ਪਹਾੜੇ ਦੇ ਟੱਟੂ ਮਹੰਤਾਂ ਕੋਲੋਂ ਪਲੀਤ ਕਰਵਾਇਆ ਤਾਂ ਅੱਗ ਦੀ ਨਾਲ ਵਾਂਗ 14 ਦਸੰਬਰ 1920 ਨੂੰ ਅਕਾਲੀ ਦਲ ਨਾਮ ਦਾ ਅਜਿਹਾ ਸੰਗਠਨ ਹੋਂਦ ਵਿੱਚ ਆਇਆ ਜਿਸ ਨੇ ਆਪਣੀਆਂ ਕੁਰਬਾਨੀਆਂ ਨਾਲ ਅੰਗਰੇਜ਼ ਹਕੂਮਤ ਨੂੰ ਧੌਂਕਣੀ ਲਾ ਦਿੱਤੀ। ਦੇਖੋ ਜਦੋਂ ਅਕਾਲੀ ਦਲ ਬਣਿਆ, ਸ਼੍ਰੋਮਣੀ ਅਕਾਲੀ ਦਲ ਬਣਨ ਦਾ ਬਹੁਤ ਵੱਡਾ ਇਤਿਹਾਸ ਹੈ। ਜਿਵੇਂ ਤੁਸੀਂ ਕਿਹਾ ਕਿ ਗੁਰੂ ਘਰਾਂ ਦੀ ਆਜ਼ਾਦੀ ਲਈ ਜਦੋਂ ਲੜਾਈ ਲੜੀ ਜਾ ਰਹੀ ਸੀ ਤਾਂ 1920 ਵਿੱਚ ਉਦੋਂ ਅਕਾਲੀ ਦਲ ਹੋਂਦ ਵਿੱਚ ਆਇਆ। ਆਮ ਭਾਈਚਾਰੇ 'ਚ ਇੱਕ ਫੀਲਿੰਗ ਗਈ ਵੀ ਸਾਨੂੰ ਜਿਹੜਾ ਇੱਕ ਸੈਂਟਰਲਾਈਜ਼ਡ ਬਾਡੀ ਦੇ ਥੱਲੇ ਇਕੱਠਾ ਹੋਣਾ ਚਾਹੀਦਾ ਆ। ਇੱਕ ਸੈਂਟਰਲਾਈਜ਼ਡ ਬਾਡੀ ਬਣਾਉਣੀ ਚਾਹੀਦੀ ਜਿਹੜੀ ਸਾਰੇ ਸਿੱਖਾਂ ਨੂੰ ਜਥੇਬੰਦ ਕਰ ਸਕੇ। ਔਰ ਇਹਦਾ ਇਤਿਹਾਸ ਹੈ ਕਿ ਇਹਨੇ ਹਰੇਕ ਉਦੋਂ ਵੀ 500 ਸ਼ਹਾਦਤਾਂ ਦਿੱਤੀਆਂ ਸਿੱਖਾਂ ਨੇ, ਅਤੇ ਆਜ਼ਾਦ ਹੋਏ ਗੁਰੂ ਘਰ 25 ਜਾ ਕੇ ਐਕਟ ਬਣਿਆ। ਉਸ ਤੋਂ ਬਾਅਦ ਵੀ ਜਿੰਨੀ ਦੇਰ ਰਿਹਾ, ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਇਤਿਹਾਸ ਸਿਰਜਿਆ, ਚਾਹੇ 1947 ਆਇਆ, ਚਾਹੇ ਹੁਣ ਐਮਰਜੈਂਸੀ ਆਈ, ਚਾਹੇ 84 ਆਇਆ, ਜਦੋਂ ਵੀ ਹੈ ਕੋਈ ਨਾ ਕੋਈ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ। ਅਕਾਲੀ ਦਲ ਇੱਕ ਸਿਆਸੀ ਪਾਰਟੀ ਨਾ ਹੋ ਕੇ ਇੱਕ ਸ਼ਾਨਦਾਰ ਲਹਿਰ ਦਾ ਨਾਮ ਹੋ ਨਿਬੜਿਆ। 14 ਦਸੰਬਰ 1920 ਨੂੰ ਹੋਂਦ ਵਿੱਚ ਆਇਆ ਸ਼੍ਰੋਮਣੀ ਅਕਾਲੀ ਦਲ।
महज एक सियासी पार्टी नहीं सगों एक लहर का नाम। इस पार्टी नूं लहर इस करके भी कहा जा सकता है क्योंकि ये पार्टी किसी सियासी एजेंडे लई या सिर्फ सत्ता प्राप्ति लई नहीं सगों सियासी समाजिक सुधार ਅਤੇ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨ ਦੇ ਲਈ ਹੋਂਦ ਵਿੱਚ ਆਈ। ਦੇਖਿਆ ਜਾਵੇ ਤਾਂ ਸੱਚਮੁੱਚ ਹੀ ਸੇਵਾ ਅਤੇ ਤਿਆਗ ਦੀ ਭਾਵਨਾ ਵਿੱਚੋਂ ਨਿਕਲਿਆ ਸੀ ਅਕਾਲੀ ਦਲ। ਇਸ ਦੇ ਲਈ ਜੇਕਰ ਇਸ ਪਾਰਟੀ ਨੂੰ ਇੱਕ ਸੰਸਥਾ ਵੀ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਇਹ ਇੱਕ ਅਜਿਹਾ ਸਿਆਸੀ ਧਿਰ ਹੈ ਜਿਸ ਦਾ ਨੀਂਹ ਰੱਖਣ ਸਮੇਂ ਸਿੱਖਾਂ ਨੇ ਖੁਸ਼ੀ-ਖੁਸ਼ੀ ਦੇਸ਼, ਕੌਮ, ਧਰਮ ਅਤੇ ਸਮਾਜ ਉੱਤੋਂ ਦੀ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਪੰਜਾਬ ਦਾ ਇਤਿਹਾਸ ਹੀ ਇਹੀ ਕਹਿੰਦਾ ਵੀ ਜਦੋਂ ਫਿਰ ਭੀੜ ਆਉਂਦੀ ਆ, ਫਿਰ ਲੋਕ ਜਦੋਂ ਇਕਮਠ ਹੋ ਜਾਂਦੇ ਆ, ਫਿਰ ਉਹ ਜਾਨਾਂ ਦਾ ਤਲੀ ਤੇ ਧਰ ਕੇ ਅੱਗੇ ਆਉਂਦੇ ਆ। ਇਸ ਧਰਤੀ ਦਾ ਜ਼ਰਾ ਜ਼ਰਾ ਇੱਕਾ ਦੁੱਕਾ ਨਹੀਂ, ਹਜ਼ਾਰਾਂ ਸਿੰਘਾਂ ਸਿੰਘਣੀਆਂ ਦੇ ਖੂਨ ਦੇ ਨਾਲ ਸਿੰਜਿਆ ਪਿਆ ਹੈ। ਸਹੀ ਮਾਇਨਿਆਂ ਦੇ ਵਿੱਚ ਤਾਂ ਇਹ ਪਾਰਟੀ ਪੰਜਾਬੀਆਂ ਦੀ ਰਾਜਨੀਤਿਕ ਹੀ ਨਹੀਂ ਸਗੋਂ ਸਮਾਜਿਕ ਅਤੇ ਧਾਰਮਿਕ ਅਗਵਾਈ ਵੀ ਕਰਦੀ ਰਹੀ ਹੈ। ਇਹੀ ਕਾਰਨ ਹੈ ਕਿ ਇਸ ਸਮੁੱਚੇ ਖਿੱਤੇ ਅੰਦਰ ਜੇਕਰ ਲੋਕ ਮਸਲਿਆਂ ਸੰਬੰਧੀ ਪ੍ਰਤੀਬੱਧਤਾ, ਜਜ਼ਬਾ, ਸਿਆਸੀ ਇਖਲਾਕ, ਕਿਰਦਾਰ, ਇਨਸਾਨੀਅਤ ਅਤੇ ਨੈਤਿਕਤਾ ਜੇਕਰ ਕਿਸੇ ਸਿਆਸੀ ਧਿਰ ਦੇ ਹਿੱਸੇ ਆਈ ਹੈ ਤਾਂ ਉਹ ਅਕਾਲੀਆਂ ਦੇ ਹਿੱਸੇ ਹੀ ਆਉਂਦੀ ਰਹੀ ਹੈ। ਇਹ ਪਾਰਟੀ ਕਿਸੇ ਸਿਆਸੀ ਸੱਤਾ ਦੇ ਵਿੱਚ ਮਕਬੂਲੀਅਤ ਹਾਸਲ ਕਰਨ ਦੇ ਲਈ ਨਹੀਂ ਬਲਕਿ ਸਮਾਜ ਸੁਧਾਰ ਤੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਤੇ ਉਹਨਾਂ ਦੀ ਪਵਿੱਤਰਤਾ ਦੀ ਰਾਖੀ ਦੇ ਲਈ ਆਈ ਸੀ। ਕਾਲੀ ਪੱਗ ਬੰਨਣ ਵਾਲੇ, ਮੋਢੇ ਛੋਟੀ ਜਿਹੀ ਕਿਰਪਾਨ ਪਾ ਕੇ ਰੱਖਣ ਵਾਲੇ ਅਕਾਲੀ ਸੱਚੀ ਮੁੱਚੀ ਹੀ ਕਾਲ ਮਤਲਬ ਮੌਤ ਤੋਂ ਬਿਲਕੁਲ ਹੀ ਭੈ ਮੁਕਤ ਸਨ। ਅਕਾਲੀ ਦਲ ਕੇਵਲ ਸਿਆਸੀ ਪਾਰਟੀ ਨਾ ਹੋ ਕੇ ਇੱਕ ਸ਼ਾਨਦਾਰ ਲਹਿਰ ਦਾ ਨਾਮ ਹੋ ਨਿਬੜਿਆ। ਇਹ ਲਹਿਰ ਆਪਣੇ ਕਿਸੇ ਨਿੱਜੀ ਮਕਸਦ ਜਾਂ ਸੱਤਾ ਦੀ ਪ੍ਰਾਪਤੀ ਵਾਸਤੇ ਹੋਂਦ ਵਿੱਚ ਨਹੀਂ ਸੀ ਆਈ ਬਲਕਿ ਸਮਾਜ ਸੁਧਾਰ ਅਤੇ ਗੁਰਦੁਆਰਿਆਂ ਦੀ ਪਵਿੱਤਰਤਾ ਦੀ ਰਾਖੀ ਲਈ ਪੈਦਾ ਹੋਈ ਸੀ। ਜੇਕਰ ਮਨੁੱਖੀ ਅਖਲਾਕ, ਕਿਰਦਾਰ, ਨੈਤਿਕਤਾ, ਸਰਬੱਤ ਦਾ ਭਲਾ ਅਤੇ ਸਰਬਗੁਣ ਸੰਪੰਨਤਾ ਜਿਹੇ ਗੁਣ ਦੇਖਣੇ ਹੋਣ ਤਾਂ ਉਹ ਅਕਾਲੀਆਂ ਵਿੱਚੋਂ ਦੇਖੇ ਜਾ ਸਕਦੇ ਹਨ। ਖੂਨ ਦੀਆਂ ਲਹਿਰਾਂ, ਹੱਡੀਆਂ ਟੁੱਟਣ ਦੀ ਕੜਕੜਾਹਟ, ਜਿਉਂਦੇ ਜੀ ਅੱਗ ਵਿੱਚ ਸੜਨ ਵਿੱਚੋਂ ਨਿਕਲਿਆ ਹੈ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੀ ਇੱਕ ਮੁੱਖ ਵਜ੍ਹਾ ਨੇਤਾਵਾਂ ਦੇ ਵੱਲੋਂ ਪਾਰਟੀ ਦੇ ਵਿੱਚ ਪੰਥ ਤੇ ਪਰਿਵਾਰ ਨੂੰ ਪਹਿਲ ਨਾ ਦੇਣਾ ਸੀ। ਜਦੋਂ ਇਹ ਪਹਿਲ ਮੱਠੀ ਪੈਣ ਲੱਗੀ ਤਾਂ ਬਾਣੇ ਤੇ ਵਿਵੇਕ ਨਾਲ ਸਮਝੌਤਿਆਂ ਦਾ ਦੌਰ ਸ਼ੁਰੂ ਹੋ ਗਿਆ। 1920 ਵਿੱਚ ਸਰਮੁਖ ਸਿੰਘ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਥਾਪਿਆ ਗਿਆ ਸੀ। ਉਨ੍ਹਾਂ ਮਗਰੋਂ ਬਾਬਾ ਖੜਕ ਸਿੰਘ, ਕਰਮ ਸਿੰਘ ਬੱਸੀ, ਮਾਸਟਰ ਤਾਰਾ ਸਿੰਘ, ਸਰਦਾਰ ਗੋਪਾਲ ਸਿੰਘ ਕੋਮੀ, ਬਾਬੂ ਲਾਭ ਸਿੰਘ, ਜਥੇਦਾਰ ਉਦਮ ਸਿੰਘ ਨਾਗੋਕੇ, ਗਿਆਨੀ ਕਰਤਾਰ ਸਿੰਘ, ਸਰਦਾਰ ਹੁਕਮ ਸਿੰਘ, ਸਿੰਘ ਸਾਹਿਬ, ਗਿਆਨੀ ਭੁਪਿੰਦਰ ਸਿੰਘ ਅਤੇ ਸੰਤ ਫਤਿਹ ਸਿੰਘ ਪ੍ਰਧਾਨ ਰਹੇ। ਕਿਸੇ ਵੀ ਪ੍ਰਧਾਨ ਨੇ ਆਪਣੇ ਪੁੱਤਰਾਂ ਪੋਤਰਿਆਂ ਨੂੰ ਅਕਾਲੀ ਦਲ ਵਿੱਚ ਅਹੁਦੇ ਨਹੀਂ ਬਖਸ਼ੇ, ਪਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਸ ਪਰੰਪਰਾ ਦੀ ਜੜ ਰੋਲ ਦਿੱਤੀ। ਉਹਨਾਂ ਦੀ ਦੇਖਾ ਦੇਖੀ ਹਰ ਅਹਿਮ ਅਕਾਲੀ ਆਗੂ ਦਾ ਪੁੱਤ ਤੇ ਪੋਤਾ ਅਕਾਲੀ ਦਲ ਅੰਦਰਲੇ ਅਹੁਦਿਆਂ ਦਾ ਦਾਅਵੇਦਾਰ ਬਣ ਗਿਆ। ਜਿਨ੍ਹਾਂ ਬਾਪ ਦਾ ਸਿਆਸੀ ਕੱਦ ਉਸੇ ਅਨੁਪਾਤ ਵਿੱਚ ਪੁੱਤ ਨੂੰ ਅਹੁਦਾ। ਪੰਥ ਪ੍ਰਸਤੀ ਭੁੱਲ ਗਈ, ਪਰਿਵਾਰ ਪ੍ਰਸਤੀ ਹਾਵੀ ਹੋ ਗਈ ਤੇ ਇਹੀ ਕਾਰਨ ਰਿਹਾ ਅਕਾਲੀ ਦਲ ਦੇ ਵੱਡੇ ਨਿਕਾਰ ਦਾ, ਜਿਸ ਦੇ ਵਿੱਚ ਪਰਿਵਾਰਵਾਦ ਹਾਵੀ ਹੁੰਦਾ ਹੋਇਆ ਨਜ਼ਰ ਆਉਂਦਾ ਹੈ। ਪਰ ਪ੍ਰੈਕਟੀਕਲੀ ਜਦੋਂ ਕਿਸੇ ਨੇ ਰਾਜਨੀਤੀ ਦੇ ਵਿੱਚ ਆਉਣਾ ਤਾਂ ਹੋਲ ਟਾਈਮਰ ਵਰਕਰ ਬਣ ਕੇ ਪਾਰਟੀ ਦੇ ਵਿੱਚ ਆਉਣਾ ਪੈਂਦਾ, ਭਾਵੇਂ ਉਹ ਰਾਜਨੀਤਿਕ ਪਰਿਵਾਰ ਦੇ ਵਿੱਚੋਂ ਹੈ, ਭਾਵੇਂ ਕੋਈ ਡਾਇਰੈਕਟ ਆਉਂਦਾ। ਇਸ ਕਰਕੇ ਸਾਰੇ ਤਰ੍ਹਾਂ ਦੇ ਲੋਕ ਹੀ ਨੇ। ਪਰਿਵਾਰ ਜਿਉਂ-ਜਿਉਂ ਪੁਰਾਣੇ ਹੋਈ ਜਾਂਦੇ, ਵੱਡੇ ਬਜ਼ੁਰਗ ਹੋਈ ਜਾਂਦੇ ਆ ਤੇ ਕੋਈ ਨਾ ਕੋਈ ਪਰਿਵਾਰ ਦੇ ਵਿੱਚੋਂ ਅੱਗੇ ਫਿਰ ਚੱਲ ਪੈਂਦਾ। ਉੱਥੇ ਜਿਵੇਂ ਕਿਸੇ ਨੂੰ ਸੂਟ ਕਰਦਾ ਹੁੰਦਾ, ਕੋਈ ਉਹਦੇ ਹੱਕ 'ਚ ਬੋਲਦਾ ਹੁੰਦਾ, ਦੂਜਾ ਉਹਨੂੰ ਪਰਿਵਾਰ ਨਾਲ ਜੋੜ ਲੈਂਦਾ। ਕਿ ਨਾ ਹੀ ਤਾਂ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਸੋਚਿਆ ਸੀ ਕਿ ਇਸ ਤਰ੍ਹਾਂ ਕੋਈ ਆਪਣੇ ਘਰ ਲਈ ਇੰਨਾ ਕੁਝ ਬਣਾ ਕੇ ਕੌਮ ਲਈ ਤਾਂ ਕੀਤਾ, ਪੰਜਾਬ ਲਈ ਕੀਤਾ, ਲੋਕਾਂ ਲਈ ਕੀਤਾ, ਲੇਕਿਨ ਇਹ ਨਹੀਂ ਹੋਇਆ ਕਿ ਇਸ ਤਰ੍ਹਾਂ ਕਿਤੇ ਸਰਕਾਰ ਬਣੇਗੀ ਤੇ ਕਰਪਸ਼ਨ ਹੋਏਗੀ, ਕਰਪਸ਼ਨ 'ਚ ਵੀ ਇਹ ਹਾਲਾਤ ਹੋ ਜਾਣਗੇ। ਇਹ ਕਦੇ ਕਿਸੇ ਨੇ ਸੋਚਿਆ ਨਹੀਂ ਸੀ। ਤਰਸ ਆਉਂਦਾ ਹੈ ਸ਼੍ਰੋਮਣੀ ਅਕਾਲੀ ਦਲ ਤੇ। ਆਪਣੇ ਸਥਾਪਨਾ ਤੇ ਸ਼ਤਾਬਦੀ ਦਿਵਸ ਦੇ ਮੌਕੇ ਦੇ ਉੱਤੇ ਇਹ ਪਾਰਟੀ ਪੰਜਾਬ ਦੀ
ਸਿਰਮੌਰ ਸਿਆਸੀ ਜਮਾਤ ਵਜੋਂ ਵਿਚਰਨੀ ਚਾਹੀਦੀ ਸੀ, ਪਰ ਉਸ ਦੀ ਕੋਈ ਵੀ ਛੱਬ ਤੇ ਛਾਪ ਨਜ਼ਰ ਨਹੀਂ ਆਉਂਦੀ। ਨਾ ਕੋਈ ਕਾਨਫਰੰਸ, ਨਾ ਕੋਈ ਦੀਵਾਨ ਹਾਲ, ਨਾ ਕੋਈ ਜਸ਼ਨ, ਤੇ ਸਨਾਟਾ ਪਿਆ ਹੋਇਆ ਦੱਸਦਾ ਹੈ ਕਿ ਅਕਾਲੀ ਦਲ ਕਿਸ ਪੱਧਰ ਦੀ ਨਿਗਾਰ ਦੇ ਵੱਲ ਵੱਧਦਾ ਜਾ ਰਿਹਾ ਹੈ। ਪਾਰਟੀ ਕਾਡਰ ਦੀ ਲਾਮਬੰਦੀ ਵੀ ਘਟਦੀ ਹੋਈ ਨਜ਼ਰ ਜਾ ਰਹੀ ਹੈ। ਉੱਥੇ ਹੀ ਕਸੂਰ ਕੋਵਿਡ-19 ਵਰਗੀ ਮਹਾਮਾਰੀ ਦਾ ਵੀ ਹੋ ਸਕਦਾ ਹੈ ਤੇ ਨਾਲ ਹੀ ਕਿਸਾਨੀ ਅੰਦੋਲਨ ਦਾ। 100ਵੇਂ ਵਰ੍ਹੇਗੰਢ ਹੈ। ਆ 100 ਇੱਕ ਪੂਰਾ ਸਾਲ ਅਸੀਂ ਜਿਹੜੇ ਸਾਡੇ ਵਰਕਰਾਂ ਨੇ ਪਿਛਲੇ 100 ਸਾਲਾਂ, ਜਿਹੜੇ ਪਰਿਵਾਰਾਂ ਨੇ 100 ਸਾਲਾਂ 'ਚ ਕੌਮ ਖਾਤਰ, ਦੇਸ਼ ਖਾਤਰ ਸ਼ਹਾਦਤਾਂ ਦਿੱਤੀਆਂ, ਅਸੀਂ ਉਹਨਾਂ ਪਰਿਵਾਰਾਂ ਕੋਲ ਜਾ ਕੇ ਉਹਨਾਂ ਨੂੰ ਸਨਮਾਨ ਵੀ ਕਰਾਂਗੇ, ਉਹਨਾਂ ਦੀਆਂ ਕੁਰਬਾਨੀਆਂ ਨੂੰ ਦੂਜੇ ਵਰਕਰਾਂ ਨੂੰ ਵੀ ਦੱਸਾਂਗੇ, ਸੋ ਦੈਟ ਅਗਲੀ ਨਵੀਂ ਪੀੜ੍ਹੀ ਨੂੰ ਪਤਾ ਲੱਗ ਜੇ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲਾਂ 'ਚ ਕਿਵੇਂ ਵਰਕਰਾਂ ਨੇ ਆਪਣੇ ਦੇਸ਼ ਖਾਤਰ ਤੇ ਆਪਣੇ ਸੂਬੇ ਖਾਤਰ ਤੇ ਖਾਸ ਕਰਕੇ ਸਿੱਖ ਪੰਥ ਖਾਤਰ ਕਿਵੇਂ ਉਹਨਾਂ ਨੇ ਲੜਾਈਆਂ ਲੜੀਆਂ, ਸੰਘਰਸ਼ ਕੀਤੇ ਤੇ ਕਿਸੇ ਚੀਜ਼ ਦੀ ਆਂਚ ਨਾ ਸਿੱਖ ਪੰਥ ਨੂੰ ਆਉਣ ਦਿੱਤੀ, ਨਾ ਦੇਸ਼ ਨੂੰ ਆਉਣ ਦਿੱਤੀ, ਨਾ ਸੂਬੇ ਨੂੰ ਆਉਣ ਦਿੱਤੀ। ਜ਼ਾਹਿਰ ਹੈ ਕਿ ਇਹ ਚੜ੍ਹਦੀਆਂ ਕਲਾਂ ਵਿੱਚ ਨਹੀਂ, ਦਰਅਸਲ ਇਹ ਤਾਂ ਆਪਣਾ ਵਜੂਦ ਬਰਕਰਾਰ ਰੱਖਣ ਲਈ ਜੂਝ ਰਹੀ ਹੈ, ਉਹ ਵੀ ਬਿਨਾਂ ਕਿਸੇ ਸੋਚੀ ਸਮਝੀ ਰਣਨੀਤੀ ਦੇ। ਦੁੱਖ ਤਾਂ ਹੋ ਹੀ ਰਿਹਾ ਹੁਣ ਕਿ ਐਡੀ ਵੱਡੀਆਂ ਕੁਰਬਾਨੀਆਂ ਵਾਲੀ ਪਾਰਟੀ, ਐਡਾ ਵੱਡੇ ਇਤਿਹਾਸ ਵਾਲੀ ਪਾਰਟੀ, ਕਿ ਅੱਜ ਉਹਨਾਂ ਨੂੰ ਕੋਈ ਪੁੱਛਣ ਨੂੰ ਤਿਆਰ ਨਹੀਂ। ਇਦੋਂ ਬੜਾ ਦੁੱਖ ਕਿਹੜਾ ਹੋਇਆ? ਨਹੀਂ ਤਾਂ ਅੱਜ ਐਡੇ ਵੱਡੇ ਜਸ਼ਨ ਹੋਣੇ ਸੀ, ਐਡੀਆਂ ਵੱਡੀਆਂ ਗੱਲਾਂ ਹੋਣੀਆਂ ਸੀ, ਕਿ ਕਿਉਂਕਿ ਉਹਨਾਂ ਲੋਕਾਂ ਦੇ ਹੱਥ 'ਚ ਹੈ ਸ਼੍ਰੋਮਣੀ ਅਕਾਲੀ ਦਲ, ਜਿਨ੍ਹਾਂ ਦਾ ਆਪਣਾ ਕਰੈਕਟਰ ਲਾ ਲਓ, ਆਪਣਾ ਜਿਵੇਂ ਉਹਨਾਂ ਨੇ ਵਪਾਰੀ ਕਰਨ ਲਾਤਾ, ਤੇ ਹੁਣ ਲੋਕਾਂ ਦੇ ਮਨਾਂ 'ਚ ਉਤਰ ਗਿਆ ਸ਼੍ਰੋਮਣੀ। ਇਤਿਹਾਸ ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਵੇਂ ਹੀ ਸਿੱਖ ਰਾਜ ਦਾ ਸੂਰਜ ਢਲਣ ਲੱਗਿਆ ਤਾਂ ਹਿੰਦੁਸਤਾਨ ਤੇ ਬ੍ਰਿਟਿਸ਼ ਹਕੂਮਤ ਦਾ ਝੰਡਾ ਝੂਲਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਫਿਰੰਗੀਆਂ ਦਾ ਵਾਸ ਸਿੱਖਾਂ ਦੇ ਨਾਲ ਪਿਆ। ਉਸ ਵੇਲੇ ਦਾ ਇਤਿਹਾਸ ਗਵਾਹ ਹੈ ਕਿ ਨਨਕਾਣਾ ਸਾਹਿਬ ਦੀ ਸ਼ਹੀਦੀ ਦਾ ਸਾਕਾ, ਪੰਜਾ ਸਾਹਿਬ ਦੀਆਂ ਸ਼ਹੀਦੀਆਂ, ਕੁੰਜੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ ਅਤੇ ਜੈਤੋ ਦੇ ਮੋਰਚੇ ਦੇ ਵਿੱਚ ਜਦੋਂ ਸਿੱਖਾਂ ਨੇ ਸਿੱਖੀ ਸਿਦਕ ਨਾ ਹਾਰਿਆ ਤੇ ਹੱਸ-ਹੱਸ ਆਪਣਾ ਆਪ ਸਿੱਖ ਪੰਥ ਤੋਂ ਵਾਰ ਦਿੱਤਾ ਤਾਂ ਅੰਗਰੇਜ਼ ਇੱਕ ਬਹੁਤ ਹੀ ਛੋਟੇ ਮੰਨੇ ਜਾਣ ਵਾਲੇ ਘੱਟ ਗਿਣਤੀ ਫਿਰਕੇ ਤੋਂ ਭੈ ਖਾਣ ਲੱਗ ਪਏ। ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਅੰਗਰੇਜ਼ਾਂ ਨੇ ਸਿੱਖਾਂ ਨੂੰ ਹਿੰਦੂਆਂ ਤੇ ਮੁਸਲਮਾਨਾਂ ਦੇ ਨਾਲ ਲੜਾਉਣ ਦੇ ਲਈ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲਦਿਆਂ ਹਰ ਤਰ੍ਹਾਂ ਦਾ ਫਿਰਕੂ ਹੱਥਕੰਡਾ ਅਪਣਾਇਆ, ਪਰ ਸਿੱਖਾਂ ਨੇ ਧਰਮ ਨਿਰਪੱਖਤਾ ਤੇ ਪਹਿਰਾ ਦਿੰਦਿਆਂ ਤੇ ਗੁਰੂ ਦੇ ਸੱਚੇ ਸਿੱਖ ਹੋਣ ਦਾ ਸਬੂਤ ਦੇ ਕੇ ਭਾਈਚਾਰਕ ਏਕਤਾ ਬਣਾਈ ਰੱਖਣ ਦੀ ਤਰਜੀਹ ਦਿੱਤੀ ਤੇ ਅੰਗਰੇਜ਼ਾਂ ਦੀਆਂ ਸਾਰੀਆਂ ਫਿਰਕੂ ਤੇ ਫੁੱਟਪਾਉ ਚਾਲਾਂ ਨੂੰ ਫੇਲ ਕਰ ਦਿੱਤਾ ਸੀ। ਤੇ ਇਹ ਤਾਂ ਹੈ ਹੀ ਆ, ਪੰਜਾਬੀਆਂ ਦੇ ਖੂਨ 'ਚ ਗੱਲ ਹੈਗੀ ਆ ਵੀ ਜਦੋਂ ਉਹਨਾਂ ਨੂੰ ਲੱਗੇ ਵੀ ਕੋਈ ਇਸ਼ੂ ਇਸ ਤਰ੍ਹਾਂ ਦਾ ਆਇਆ ਹੈ ਜਿੱਥੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ, ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ। ਗੁਰਦੁਆਰਾ ਸੁਧਾਰ ਲਹਿਰ ਨੂੰ ਸਿਰਫ ਸਿੱਖਾਂ ਤੋਂ ਹੀ ਨਹੀਂ ਮਿਲੇ ਵੀ ਸਾਰੇ ਸਿੱਖ ਹੀ ਨਹੀਂ ਇਕਜੁੱਟ ਹੋਏ, ਪੰਜਾਬ ਦੇ ਹਿੰਦੂ ਭਾਈਚਾਰੇ ਤੋਂ ਔਰ ਮੁਸਲਿਮ ਨੀਤੀਵੇਤਾਵਾਂ ਤੋਂ ਮਦਦ ਮਿਲੀ, ਚਾਹੇ ਉਹ ਕਾਨੂੰਨੀ ਮਦਦ ਦਿੱਤੀ ਗਈ, ਚਾਹੇ ਮਾਇਕ ਮਦਦ ਦਿੱਤੀ ਗਈ, ਚਾਹੇ ਥਾਪੜਾ ਦਿੱਤਾ ਗਿਆ, ਇਖਲਾਕੀ ਤੌਰ 'ਤੇ ਥਾਪੜਾ ਦਿੱਤਾ ਗਿਆ। ਸੋ ਸਾਰਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਿਹਾ। ਅੰਗਰੇਜ਼ਾਂ ਨੇ ਸਿੱਖਾਂ ਨੂੰ ਕਮਜ਼ੋਰ ਕਰਨ ਦੇ ਲਈ ਗੁਰਦੁਆਰਿਆਂ ਤੇ ਮਹੰਤਾਂ ਦਾ ਕਬਜ਼ਾ ਬਰਕਰਾਰ ਰੱਖਣ ਦੇ ਲਈ ਹਰ ਤਰ੍ਹਾਂ ਦਾ ਅਨੈਤਿਕ ਅਤੇ ਸਿੱਖ ਵਿਰੋਧੀ ਹਰਵਾ ਵਰਤਿਆ। ਅਕਾਲੀ ਦਲ ਦੇ ਸ਼ਾਂਤਮਈ ਅੰਦੋਲਨ ਦੀ ਅਗਵਾਈ ਹੇਠ ਸਿੱਖਾਂ ਨੇ ਮਹੰਤਾਂ ਤੋਂ ਗੁਰੂ ਘਰਾਂ ਦੇ ਕਬਜ਼ੇ ਛੁਡਵਾਉਣ ਅਤੇ ਸਿੱਖ ਰਹਿਤ ਮਰਿਆਦਾ ਕਾਇਮ ਕਰਨ ਦੇ ਲਈ ਲੰਬੀ ਲੜਾਈ ਲੜੀ। ਪੰਜਾਬ ਦਾ ਕੋਈ ਵੀ ਪਿੰਡ ਅਜਿਹਾ ਨਹੀਂ ਸੀ ਜਿੱਥੇ ਦੇ ਵਾਸੀਆਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਹਿੱਸਾ ਨਹੀਂ ਪਾਇਆ। ਇਤਿਹਾਸ ਗਵਾਹ ਹੈ ਕਿ ਜਦੋਂ ਕੁੰਜੀਆਂ ਦਾ ਮੋਰਚਾ ਅਤੇ ਗੁਰੂ ਕੇ ਬਾਗ ਦਾ ਮੋਰਚਾ ਫਤਿਹ ਹੋ ਗਿਆ ਤਾਂ ਸਿੱਖਾਂ ਨੇ ਅੰਗਰੇਜ਼ਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਹੁਣ ਉਹਨਾਂ ਨੂੰ ਭਾਰਤ ਛੱਡਣਾ ਪਵੇਗਾ। ਇਸ ਗੱਲ ਦੀ ਤਾਈਦ ਮਹਾਤਮਾ ਗਾਂਧੀ ਨੇ ਕਰਦਿਆਂ ਜੁਝਾਰੂ ਅਕਾਲੀ ਨੇਤਾ ਬਾਬਾ ਖੜਕ ਸਿੰਘ ਨੂੰ ਇੱਕ ਧਾਰ ਭੇਜਿਆ। ਸੰਦੇਸ਼ ਤੇ ਵਧਾਈ ਦਿੰਦਿਆਂ ਕਿਹਾ, ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ। ਭਾਵ ਕਿ ਜਦੋਂ ਸਿੱਖਾਂ ਨੇ ਵੱਡੀਆਂ ਲੜਾਈਆਂ ਜਿੱਤ ਲਈਆਂ ਤਾਂ ਸਮਝ ਲਓ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਗਈ। ਪੰਜਾਬ ਦੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਪਾਸੇ ਚੋਂ ਜੇਕਰ ਅਕਾਲੀ ਦਲ ਨੂੰ ਕੱਢ ਦਿੱਤਾ ਜਾਵੇ
ਤਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਵੱਡਾ ਖਲਾ ਨਜ਼ਰ ਆਵੇਗਾ। ਇਹ ਖਲਾ ਕੋਈ ਵੀ ਪਾਰਟੀ ਭਰਨ ਦੀ ਸਮਰੱਥਾ ਨਹੀਂ ਰੱਖਦੀ, ਕਿਉਂਕਿ ਦੇਸ਼ ਦੇ ਆਜ਼ਾਦੀ ਸਰਗਰਮ ਤੋਂ ਲੈ ਕੇ ਕੁਰਬਾਨੀਆਂ ਦਾ ਜੋ ਇਤਿਹਾਸ ਇਹ ਪਾਰਟੀ ਸਾਂਭੀ ਬੈਠੀ ਹੈ, ਉਹ ਕਿਸੇ ਵੀ ਸਿਆਸੀ ਜਮਾਤ ਕੋਲ ਨਹੀਂ ਹੈ। ਇਸ 100 ਸਾਲਾ ਸਫ਼ਰ ਦੌਰਾਨ ਅਕਾਲੀ ਦਲ ਨੂੰ ਕਈ ਤਰ੍ਹਾਂ ਦੇ ਝੱਖੜਾਂ ਤੂਫਾਨਾਂ ਦਾ ਸਾਹਮਣਾ ਕਰਨਾ ਪਿਆ, ਪਰ ਅਕਾਲੀ ਦਲ ਦੇ ਵਰਕਰਾਂ ਦੀ ਹਿੰਮਤ ਅਤੇ ਜਜ਼ਬੇ ਨੇ ਪੰਥ ਦੀ ਚੜ੍ਹਦੀ ਕਲਾ ਰੱਖਣ ਦੇ ਲਈ ਕਦੇ ਵੀ ਕਿਸ਼ਤੀ ਨੂੰ ਡੁੱਬਣਾ ਤਾਂ ਕੀ ਡੋਲਣ ਵੀ ਨਹੀਂ ਦਿੱਤਾ। ਸਾਲ 1920 ਦੇ ਵਿੱਚ ਜਦੋਂ ਅਕਾਲੀ ਦਲ ਦੀ ਨੀਂਹ ਰੱਖੀ ਗਈ ਤਾਂ ਬਸਤੀਵਾਦੀ ਹਕੂਮਤ ਦੇ ਨਾਲ ਮੱਥਾ ਅਕਾਲੀ ਦਲ ਦੀ ਰਹਿਨੁਮਾਈ ਹੇਠ ਹੀ ਸਿੱਖਾਂ ਨੇ ਲਾਇਆ। ਇਸ ਨਾਲ ਬਾਬਾ ਖੜਕ ਸਿੰਘ ਤੋਂ ਦਿੱਲੀ ਤਖਤ ਤੇ ਬੈਠੇ ਗੋਰੇ ਵੀ ਤ੍ਰਭਕ ਗਏ ਸਨ। ਹੁਣ ਕੁਝ ਮੌਜੂਦਾ ਹਾਲਾਤਾਂ ਬਾਰੇ ਵੀ ਚਰਚਾ ਕਰ ਲਈ ਜਾਵੇ। ਕੁਰਬਾਨੀਆਂ, ਸ਼ਹਾਦਤਾਂ ਤੇ ਸੇਵਾ ਦੇ ਵੱਡੇ ਖਜ਼ਾਨੇ ਵਾਲੀ ਪਾਰਟੀ ਲੱਗਦਾ ਹੈ ਆਪਣੇ ਪੂਰਵਜਾਂ ਵੱਲੋਂ ਦੱਸੇ ਮਾਰਗ ਤੋਂ ਭਟਕ ਗਈ ਹੈ। ਇਸ ਦੇ ਲਈ 100 ਸਾਲ ਦੇ ਸ਼ਾਨਾਮਤੇ ਇਤਿਹਾਸ ਵਾਲੀ ਪਾਰਟੀ ਆਪਣੀ ਹੋਂਦ ਬਚਾਉਣ ਦੇ ਲਈ ਅੱਕੀ ਪਲਾਹੀ ਹੱਥ ਮਾਰਦੀ ਦਿਖਾਈ ਦੇ ਰਹੀ ਹੈ।